ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਆਵਾਜ਼ ਅਤੇ ਗੂੰਜ। ਪੁਰਸ਼ ਉਦੋਂ ਤੱਕ ਇਸਤਰੀ ਦਾ ਪਿੱਛਾ ਕਰਦਾ ਹੈ ਜਦੋਂ ਤੱਕ ਉਹ ਉਸ ਨੂੰ ਫੜ ਨਹੀਂ ਲੈਂਦੀ। ਇਸਤਰੀਆਂ ਜਾਣਦੀਆਂ ਹਨ ਕਿ ਪੁਰਸ਼ਾਂ ਨੂੰ ਧਿਆਨ ਨਾਲ ਸੁਣਨਾ ਆਪਣੀ ਗੱਲ ਮਨਵਾਉਣ ਵਿੱਚ ਸਹਾਈ ਹੁੰਦਾ ਹੈ। ਪੁਰਸ਼ ਅੰਦਰ ਇਸਤਰੀ ਲਈ ਤਾਂਘ ਅਤੇ ਇਸਤਰੀ ਵਿੱਚ ਪੁਰਸ਼ ਲਈ ਖਿੱਚ ਵਾਸਤਵ ਵਿੱਚ ਜ਼ਿੰਦਗੀ ਦੀ ਤਾਂਘ ਦੇ ਰੰਗ ਹਨ। ਇਹ ਤਾਂਘ ਹਰ ਜੀਵ ਜੰਤੂ ਵਿੱਚ ਹੁੰਦੀ ਹੈ। ਅਸੀਂ ਜ਼ਿੰਦਗੀ ਨਹੀਂ ਜਿਉਂਦੇ, ਜ਼ਿੰਦਗੀ ਸਾਡੇ ਰਾਹੀਂ ਜਿਉਂਦੀ ਹੈ ਅਤੇ ਇਵੇਂ ਜ਼ਿੰਦਗੀ ਅਤੇ ਸੰਸਾਰ ਦਾ ਪਹੀਆ ਅੱਗੇ ਚੱਲਦਾ ਹੈ। ਜਿਸ ਨਾਲ ਸਾਨੂੰ ਪਿਆਰ ਹੋ ਜਾਂਦਾ ਹੈ ਉਸ ਦਾ ਚਿਹਰਾ ਸਾਡੇ ਲਈ ਸਾਰਾ ਸੰਸਾਰ ਬਣ ਜਾਂਦਾ ਹੈ। ਉਹ ਇੱਕ ਵਿਅਕਤੀ ਨਹੀਂ ਰਹਿੰਦਾ, ਉਹ ਇੱਕ ਖਿਆਲ ਬਣ ਜਾਂਦਾ ਹੈ ਜਿਸ ਨੂੰ ਅਸੀਂ ਸੋਚਦੇ ਚਿਤਵਦੇ ਰਹਿੰਦੇ ਹਾਂ। ਉਹ ਇੱਕ ਦ੍ਰਿਸ਼ ਬਣ ਜਾਂਦਾ ਹੈ ਜਿਸ ਨੂੰ ਅਸੀਂ ਕਲਪਨਾ ਦੀ ਅੱਖ ਨਾਲ ਨਿਹਾਰਦੇ ਰਹਿੰਦੇ ਹਾਂ। ਉਹ ਹਵਾ ਵਿੱਚ ਘੁਲ ਜਾਂਦਾ ਹੈ ਜਿਸ ਦਾ ਅਸੀਂ ਸਾਹ ਲੈਂਦੇ ਹਾਂ। ਪਿਆਰ ਵਾਂਗ ਹੀ ਹਰੇਕ ਚੀਜ਼ ਪ੍ਰਤੀ ਇਸਤਰੀ ਅਤੇ ਪੁਰਸ਼ ਦੇ ਦ੍ਰਿਸ਼ਟੀਕੋਣਾਂ ਵਿੱਚ ਵਖਰੇਵਾਂ ਹੁੰਦਾ ਹੈ। ਇਹ ਵਖਰੇਵਾਂ ਆਵਾਜ਼ ਅਤੇ ਗੂੰਜ ਵਰਗਾ ਹੁੰਦਾ ਹੈ। ਸਾਡੀ ਆਪਣੀ ਖੁਸ਼ੀ ਸਾਡੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋਣੀ ਚਾਹੀਦੀ। ਇਸਤਰੀਆਂ ਇਸ ਨੇਮ ਤੇ ਨਿਪੁੰਨਤਾ ਨਾਲ ਅਮਲ ਕਰਦੀਆਂ ਹਨ। ਇਸਤਰੀ ਇਤਨੀ ਮੁਹੱਬਤ ਕਰਦੀ ਹੈ ਕਿ ਪੁਰਸ਼ ਇਕੱਲਾ ਰਹਿਣ ਜੋਗਾ ਹੀ ਨਹੀਂ ਰਹਿੰਦਾ। ਪ੍ਰੇਮਿਕਾ ਦੀ ਮੁਸਕਰਾਹਟ ਤੋਂ ਪਹਿਲਾਂ ਉਹ ਆਮ ਜਿਹਾ ਆਦਮੀ ਮੁਸਕਰਾਹਟ ਉਪਰੰਤ ਆਪਣੇ ਆਪ ਨੂੰ ਸੰਸਾਰ ਦਾ ਕੇਂਦਰ ਸਮਝਣ ਲੱਗ ਪੈਂਦਾ ਹੈ। ਭਾਵੇਂ ਕਾਨੂੰਨ ਨੇ ਇਸਤਰੀਆਂ ਨੂੰ ਬਹੁਤੇ ਹੱਕ ਨਹੀਂ ਦਿੱਤੇ, ਪਰ ਕੁਦਰਤ ਨੇ ਇਸਤਰੀ ਨੂੰ ਸਾਰੇ ਅਧਿਕਾਰ ਦਿੱਤੇ ਹੋਏ ਹਨ। ਇਸਤਰੀ ਨੂੰ ਜਦੋਂ ਕਿਸੇ ਪੁਰਸ਼ ਨਾਲ ਪਿਆਰ ਹੋ ਜਾਵੇ ਤਾਂ ਉਹ ਚੁੱਪ ਹੋ ਜਾਂਦੀ ਹੈ, ਜਦੋਂ ਕਿ ਪੁਰਸ਼ ਚੁੱਪ ਹੀ ਨਹੀਂ ਕਰਦਾ। ਇਸਤਰੀ ਦੇ ਪਿਆਰ ਦਾ ਆਕਾਰ ਇੱਕ ਮਹਾਂਕਾਵਿ ਜਿਤਨਾ ਹੁੰਦਾ ਹੈ, ਜਦੋਂ ਕਿ ਪੁਰਸ਼ ਦੇ ਪਿਆਰ ਦਾ ਆਕਾਰ ਇੱਕ ਮੁਹਾਵਰੇ ਜਿਤਨਾ ਹੁੰਦਾ ਹੈ। ਪਿਆਰ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਦੋਵੇਂ ਜਿੱਤਦੇ ਹਨ ਜਾਂ ਦੋਵੇਂ ਹਾਰਦੇ ਹਨ। ਜਦੋਂ ਪਿਆਰ ਹੁੰਦਾ ਹੈ ਤਾਂ ਚਮਕੀਲੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਅਸੀਂ ਪਿਆਰ ਇਸ ਲਈ ਕਰਦੇ ਹਾਂ ਤਾਂ ਕਿ ਕੋਈ ਮਿਲ ਜਾਵੇ ਜਿਸ ਨਾਲ ਹਰੇਕ ਗੱਲ ਕੀਤੀ ਜਾ ਸਕੇ। ਸਾਨੂੰ ਮਿਲਣ ਵਾਲੇ ਬਹੁਤੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਿਆਣੀਆਂ ਗੱਲਾਂ ਹੀ ਕਰ ਸਕਦੇ ਹਾਂ, ਜਦੋਂ ਕਿ ਸਾਰੀਆਂ ਗੱਲਾਂ ਕਰਨ ਵਾਸਤੇ ਕਿਸੇ ਹੋਰ ਦੀ ਲੋੜ ਹੁੰਦੀ ਹੈ। ਸੰਸਾਰ ਭਰ ਦੀਆਂ ਇਸਤਰੀਆਂ ਕੋਲ ਅੱਖਾਂ ਦੀ ਇੱਕ ਸ਼ਾਰਟ ਹੈਂਡ ਹੁੰਦੀ ਹੈ ਜਿਸ ਰਾਹੀਂ ਉਹ ਇੱਕੋ ਝਾਤ ਨਾਲ ਸਭ ਕੁਝ ਦਰਜ ਕਰ ਲੈਂਦੀਆਂ ਹਨ। ਇਸਤਰੀ ਦਾ ਬਾਹਰੀ ਰੂਪ ਦ੍ਰਿਸ਼ਟਮਈ ਅਤੇ ਵਿਹਾਰ ਨਾਟਕੀ ਹੁੰਦਾ ਹੈ, ਜਦੋਂ ਕਿ ਪੁਰਸ਼ ਬਾਹਰੋਂ ਸਧਾਰਨ ਅਤੇ ਅੰਦਰੋਂ ਗੁੰਝਲਦਾਰ ਹੁੰਦਾ ਹੈ। ਇਸਤਰੀ ਕਵਿਤਾ ਹੁੰਦੀ ਹੈ ਅਤੇ ਚਾਹੁੰਦੀ ਹੈ ਕਿ ਉਸਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ, ਪਰ ਵਿਆਹ ਉਸਦਾ ਅਕਸਰ ਕਿਸੇ ਪਹਾੜੇ ਜਾਂ ਅਲਜੈਬਰੇ ਨਾਲ ਹੋ ਜਾਂਦਾ ਹੈ। ਇਸਤਰੀ ਨੂੰ ਆਪਣੀ ਭਰਮਾਉਣ ਦੀ ਸ਼ਕਤੀ 'ਤੇ ਬੜਾ ਮਾਣ ਹੁੰਦਾ ਹੈ, ਪਰ ਜਦੋਂ ਚਾਹੁਣ ਦੇ ਬਾਵਜੂਦ ਉਹ ਕਿਸੇ ਪੁਰਸ਼ ਨੂੰ ਭਰਮਾ ਨਹੀਂ ਸਕਦੀ ਤਾਂ ਅਜਿਹੇ ਪੁਰਸ਼ ਨੂੰ ਉਹ ਅਕਸਰ ਨਫ਼ਰਤ ਕਰਦੀ ਹੈ। ਇਸਤਰੀਆਂ ਦੇ ਮੁਕਾਬਲੇ ਪੁਰਸ਼ ਬਹਿਸ ਅਤੇ ਵਿਸ਼ਲੇਸ਼ਣ ਕਰਨ ਵਿੱਚ ਵਧੇਰੇ ਮਾਹਿਰ ਹੁੰਦੇ ਹਨ, ਜਦੋਂ ਕਿ ਇਸਤਰੀਆਂ ਨਿਚੋੜ ਕੱਢਣ ਵਿੱਚ ਨਿਪੁੰਨ ਹੁੰਦੀਆਂ ਹਨ। ਗੰਭੀਰ ਇਸਤਰੀ ਖੁਸ਼ ਰਹਿਣੇ ਪੁਰਸ਼ ਨਾਲ ਵਿਆਹੇ ਜਾਣ 'ਤੇ ਦੁਖੀ ਹੁੰਦੀ ਹੈ, ਕਿਉਂਕਿ ਅਜਿਹਾ ਪਤੀ ਬਾਹਰਲਿਆਂ ਲਈ ਹੁੰਦਾ ਹੈ, ਘਰ ਲਈ ਨਹੀਂ। ਦੂਜੇ ਪਾਸੇ ਗੰਭੀਰ ਪੁਰਸ਼ ਘਰ ਵਿੱਚ ਸਦਾ ਹਾਜ਼ਰ ਅਤੇ ਖੁਸ਼ ਰਹਿਣੀ ਪਤਨੀ ਨਾਲ ਮੌਜਾਂ ਮਾਣਦਾ ਹੈ। ਪੁਰਸ਼ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਨ, ਪਰ ਘਰ ਦੇ ਅੰਦਰ ਉਹਨਾਂ ਦਾ ਵਿਹਾਰ ਅਕਸਰ ਮੂਰਖਾਂ ਵਾਲਾ ਹੁੰਦਾ ਹੈ। ਘਰੋਂ ਬਾਹਰ ਇਸਤਰੀ ਨੂੰ ਅਕਸਰ ਕਿਸੇ ਪੁਰਸ਼ ਦੀ ਅਗਵਾਈ ਦੀ ਲੋੜ ਪੈਂਦੀ ਹੈ। ਘਰੋਂ ਬਾਹਰ ਪੁਰਸ਼ਾਂ ਨੂੰ ਇਸਤਰੀਆਂ ਵੱਲ ਵੇਖਣ ਦੀ ਆਦਤ ਹੁੰਦੀ ਹੈ। ਪਿਆਰ ਕਰਨ ਅਤੇ ਪਿਆਰ ਕੀਤੇ ਜਾਣ ਦੀ ਇੱਛਾ ਸਾਡੀ ਸਿਹਤ ਦੇ ਠੀਕ ਹੋਣ ਦੀ ਨਿਸ਼ਾਨੀ ਹੁੰਦੀ ਹੈ। ਪਿਆਰ ਦਾ ਜਵਾਨੀ ਨਾਲ ਸਿੱਧਾ ਸੰਬੰਧ ਹੈ, ਕਿਉਂਕਿ ਪਿਆਰ ਕਰਨਾ ਅਤੇ ਆਪਣੇ ਆਪ ਨੂੰ ਜਵਾਨ ਮਹਿਸੂਸ ਨਾ ਕਰਨਾ ਅਸੰਭਵ ਜਿਹੀ ਗੱਲ ਹੈ। ਅੰਦਰੋਂ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਨ ਦੀ ਤਾਂਘ ਹੀ ਸਾਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਲਿਆਉਂਦੀ ਹੈ। ਪਿਆਰ ਵਿੱਚ ਕੁਆਰੇ ਵੀ ਵਿਆਹੇ ਹੋਏ ਮਹਿਸੂਸ ਕਰਦੇ ਹਨ।
ਪਿਆਰ ਵਿੱਚ ਅਸੂਲ ਨਹੀਂ ਹੁੰਦੇ, ਕਿਉਂਕਿ ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ। ਇਸਤਰੀ ਅਤੇ ਪੁਰਸ਼ ਦੋਹਾਂ ਲਈ ਪਹਿਲਾ ਪਿਆਰ ਇਸ ਲਈ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਹਿਲੇ ਪਿਆਰ ਵਿੱਚ ਹਰ ਕੋਈ ਇਹ ਭਰਮ ਪਾਲਦਾ ਹੈ ਕਿ ਇਹ ਪਿਆਰ ਸੰਦੀਵੀ ਹੈ, ਇਹ ਕਦੇ ਨਹੀਂ ਮੁੱਕੇਗਾ। ਦੂਜੇ ਜਾਂ ਤੀਜੇ ਪਿਆਰ ਵਿੱਚ ਇਹ ਭਰਮ ਨਹੀਂ ਹੁੰਦਾ। ਪਿਆਰ ਇਸਤਰੀ ਦਾ ਖੇਤਰ ਹੈ, ਇਸ ਉਦੇਸ਼ ਅਧੀਨ ਹੀ ਉਹ ਬਣਦੀ ਸੰਵਰਦੀ ਹੈ। ਇਸਤਰੀ ਜਾਣਦੀ ਹੈ ਕਿ ਪੁਰਸ਼ ਉਸ ਲਈ ਤਾਂਘਦਾ ਹੈ ਅਤੇ ਉਹ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਘਦਾ ਰਹੇ। ਜਦੋਂ ਪ੍ਰਸ਼ਨ ਚਿੱਤ ਵਾਲੀ ਇਸਤਰੀ ਬਣ ਸਵਰ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦੀ ਹੈ ਤਾਂ ਆਪਣੇ ਆਪ ਨੂੰ ਵੇਖ ਕੇ ਆਪ ਵੀ ਹੈਰਾਨ ਹੁੰਦੀ ਹੈ। ਪਰ ਇਹ ਵੀ ਸੱਚ ਹੈ ਕਿ ਜਿਹੜੀ ਇਸਤਰੀ ਆਪਣੇ ਆਪ ਬਾਰੇ ਅਤੇ ਆਪਣੇ ਚਿਹਰੇ ਬਾਰੇ ਵਧੇਰੇ ਸੁਚੇਤ ਹੋਵੇਗੀ, ਉਹ ਘਰ ਬਾਰੇ ਉਤਨੀ ਹੀ ਲਾਪਰਵਾਹ ਹੋਵੇਗੀ। ਘਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ ਕਿ ਪਤੀ ਪਤਨੀ ਵਿੱਚੋਂ ਇੱਕ ਘਰ ਨੂੰ ਆਪਣੀ ਜ਼ਿੰਮੇਵਾਰੀ ਅਤੇ ਕਰਮ ਭੂਮੀ ਮੰਨੇ, ਪਰ ਅਜੋਕੀ ਇਸਤਰੀ ਘਰ ਨੂੰ ਆਪਣੀ ਕਰਮ ਭੂਮੀ ਮੰਨਣ ਦੀ ਥਾਂ ਆਪਣੀ ਹੇਠੀ ਸਮਝਣ ਲੱਗ ਪਈ ਹੈ। ਇਸੇ ਕਰਕੇ ਘਰ ਟੁੱਟ ਰਹੇ ਹਨ ਅਤੇ ਬੱਚੇ ਕੁਰਾਹੇ ਪੈ ਰਹੇ ਹਨ। ਨਿਰਸੰਦੇਹ ਘਰ ਦਾ ਕੰਮ ਅਕਾਊ, ਥਕਾਊ ਅਤੇ ਦੁਹਰਾਊ ਹੋਣ ਦੇ ਨਾਲ ਨਾਲ ਇਸਤਰੀ ਦੇ ਮਹੱਤਵ ਨੂੰ ਵੀ ਘਟਾਉਂਦਾ ਹੈ। ਇਹ ਇੱਕ ਸਮਾਜਿਕ ਸੱਚਾਈ ਹੈ ਕਿ ਜੋ ਕੁਝ ਵੀ ਇਸਤਰੀ ਨਾਲ ਜੁੜ ਜਾਂਦਾ ਹੈ ਉਹ ਸਮਾਜਿਕ ਅਤੇ ਆਰਥਿਕ ਪੱਖੋਂ ਨੀਵਾਂ ਹੋ ਜਾਂਦਾ ਹੈ। ਗਲਤ ਜਾਂ ਠੀਕ, ਇਸਤਰੀ ਨੇ ਆਪਣੀ ਸੋਚ ਵਿੱਚ ਇਹ ਗੱਲ ਬਿਠਾ ਲਈ ਹੈ ਕਿ ਸਫਲ ਹੋਣ ਲਈ ਪੁਰਸ਼ ਜਾਂ ਪੁਰਸ਼ ਵਰਗਾ ਹੋਣਾ ਜ਼ਰੂਰੀ ਹੈ। ਇਸੇ ਲਈ ਅਜੋਕੀ ਇਸਤਰੀ ਪੁਰਸ਼ ਦੇ ਬਰਾਬਰ ਹੋਣ ਦਾ ਸਿਰਤੋੜ ਯਤਨ ਕਰ ਰਹੀ ਹੈ। ਰਾਜਨੀਤੀ ਜਾਂ ਵਪਾਰ ਵਿੱਚ ਉੱਚੀਆਂ ਪਦਵੀਆਂ ਵਾਲੇ ਪੁਰਸ਼ ਸਫਲ ਵਿਆਹਿਆ ਜੀਵਨ ਗੁਜ਼ਾਰ ਰਹੇ ਹਨ, ਜਦੋਂ ਕਿ ਉੱਚੀਆਂ ਪਦਵੀਆਂ 'ਤੇ ਲੱਗੀਆਂ ਇਸਤਰੀਆਂ ਵਿੱਚੋਂ ਬਹੁਤੀਆਂ ਜਾਂ ਅਣਵਿਆਹੀਆਂ ਹਨ, ਜਾਂ ਤਲਾਕਸ਼ੁਦਾ ਜਾਂ ਵਿਧਵਾਵਾਂ ਹਨ। ਅਜੋਕੇ ਸਮਾਜ ਵਿੱਚ ਇਸਤਰੀ ਪੁਰਸ਼ ਸੰਬੰਧਾਂ ਦੀ ਸਮੱਸਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਸਮੱਸਿਆ ਤਾਂ ਹਮੇਸ਼ਾ ਹੀ ਰਹੀ ਹੈ, ਪਰ ਇਸ ਦੀ ਚਰਚਾ ਹੁਣ ਹੋਣ ਲੱਗੀ ਹੈ। ਕਿਹਾ ਜਾਂਦਾ ਹੈ, ਰੋਂਦਾ ਪੁਰਸ਼ ਅਤੇ ਹੱਸਦੀ ਇਸਤਰੀ ਵਿਸ਼ਵਾਸਯੋਗ ਨਹੀਂ ਹੁੰਦੇ। ਰੋਣਾ ਇਸਤਰੀ ਦਾ ਖੇਤਰ ਸਮਝਿਆ ਜਾਂਦਾ ਹੈ। ਹਸਮੁਖ ਹੋਣਾ ਹੱਸਣ ਨਾਲੋਂ ਵੱਖਰੀ ਗੱਲ ਹੈ। ਪੁਰਸ਼ ਇਤਨਾ ਨਿਆਸਰਾ ਕਦੇ ਨਹੀਂ ਹੁੰਦਾ ਕਿ ਉਹ ਰੋਣ ਲੱਗ ਪਵੇ ਅਤੇ ਇਸਤਰੀ ਇਤਨੀ ਖੁਸ਼ ਕਦੇ ਨਹੀਂ ਹੁੰਦੀ ਕਿ ਉਹ ਅਜਨਬੀਆਂ ਦੇ ਸਾਹਮਣੇ ਹੱਸਣ ਲੱਗ ਪਵੇ। ਇਸਤਰੀ ਪੁਰਸ਼ ਸੰਬੰਧਾਂ ਵਿੱਚ ਇੱਕ ਪੜਾਅ ਆਉਂਦਾ ਹੈ ਜਦੋਂ ਪੁਰਸ਼ ਚਾਹੁੰਦਾ ਹੈ ਕਿ ਇਸਤਰੀ ਉਸ ਸਾਹਮਣੇ ਖੁੱਲ੍ਹ ਜਾਵੇ ਤੇ ਬੇਪਰਵਾਹ ਹੋ ਜਾਵੇ, ਪਰ ਇਸ ਪੜਾਅ 'ਤੇ ਹੀ ਇਸਤਰੀ ਸੁੰਗੜ ਜਾਂਦੀ ਹੈ ਅਤੇ ਆਪਣੇ ਆਪ ਬਾਰੇ ਸੁਚੇਤ ਹੋ ਜਾਂਦੀ ਹੈ ਅਤੇ ਹਰ ਗੱਲ ਨੂੰ ਨਾਪਣ ਤੋਲਣ ਲੱਗ ਪੈਂਦੀ ਹੈ। ਇਸਤਰੀ ਦੇ ਜੀਵਨ ਦਾ ਨਿਸ਼ਾਨਾ ਕੋਈ ਹੋਵੇ, ਉਸ ਲਈ ਵਿਆਹ ਇੱਕ ਮਹੱਤਵਪੂਰਨ ਉਦੇਸ਼ ਹੁੰਦਾ ਹੈ। ਇਸਤਰੀ ਚਾਹੁੰਦੀ ਹੈ ਕਿ ਜਿਸ ਨਾਲ ਉਸਨੇ ਰਹਿਣਾ ਹੈ ਉਹ ਉਸ ਨੂੰ ਮਿਲ ਜਾਵੇ। ਇੱਕ ਵਾਰੀ ਕਲਾਸ ਵਿੱਚ ਬਹਿਸ ਕਰਵਾਈ ਗਈ ਸੀ ਕਿ ਪ੍ਰੇਮ ਵਿਆਹ ਜਾਂ ਵਿਆਹੁਤੇ ਗਏ ਵਿਆਹ ਵਿੱਚੋਂ ਕਿਹੜਾ ਚੰਗੇਰਾ ਹੈ, ਤਾਂ ਇੱਕ ਵਿਦਿਆਰਥਣ ਨੇ ਕਿਹਾ ਸੀ, ਭਾਵੇਂ ਪ੍ਰੇਮ ਵਿਆਹ ਹੋਵੇ ਭਾਵੇਂ ਵਿਆਹੁਤਾ ਵਿਆਹ, ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਹੋ ਜਾਵੇ। ਪਿਆਰ ਵਿੱਚ ਇਸਤਰੀ ਅਤੇ ਪੁਰਸ਼ ਦੋਵੇਂ ਵਿਸ਼ੇਸ਼ਣਾਂ ਵਾਲੀ ਭਾਸ਼ਾ ਬੋਲਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਤੋਹਫ਼ੇ ਦਿੰਦੀਆਂ ਹਨ, ਵਧੇਰੇ ਲੰਮੇ ਖੱਤ ਲਿਖਦੀਆਂ ਹਨ, ਗਿਲੇ ਸ਼ਿਕਵੇ ਬਹੁਤੇ ਅਤੇ ਗੱਲਬਾਤ ਲੰਮੀ ਕਰਦੀਆਂ ਹਨ। ਪਿਆਰ ਵਿੱਚ ਦੋਵੇਂ ਧਿਰਾਂ ਨੂੰ ਉਦਾਸ ਹੋਣ ਦੀ ਜਾਂਚ ਆ ਜਾਂਦੀ ਹੈ ਅਤੇ ਦੋਵੇਂ ਧਿਰਾਂ ਕਾਵਿਕ ਹੋ ਜਾਂਦੀਆਂ ਹਨ। ਕਿਸੇ ਨੇ ਕਿਹਾ ਸੀ, ਜਾਨ ਲੈ ਕੇ ਹੀ ਜੇ ਉਸਨੇ ਖੁਸ਼ ਹੋਣਾ ਤਾਂ ਇਤਨੀ ਨਿੱਕੀ ਜਿਹੀ ਗੱਲ 'ਤੇ ਕਿਉਂ ਨਾਰਾਜ਼ ਕਰੀਏ। ਪਿਆਰ ਵਿੱਚ ਕੁਰਬਾਨੀ ਅਤੇ ਤਿਆਗ ਦੀ ਭਾਵਨਾ ਬਲਵਾਨ ਹੋ ਜਾਂਦੀ ਹੈ। ਪੁਰਸ਼ ਦੇ ਮੁਕਾਬਲੇ ਇਸਤਰੀ ਦਾ ਮਨੋਵਿਸ਼ਲੇਸ਼ਣ ਕਰਨਾ ਵਧੇਰੇ ਮੁਸ਼ਕਿਲ ਹੁੰਦਾ ਹੈ। ਪਿਆਰ ਵਿੱਚ ਪੁਰਸ਼ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਚਾਹੁੰਦੀ ਕੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਇਸਤਰੀ ਦੀਆਂ ਸਰੀਰਕ ਸਮੱਸਿਆਵਾਂ ਅਤੇ ਸਮਾਜਿਕ ਦਬਾਅ ਉਸ ਦੇ ਵਿਹਾਰ ਵਿੱਚ ਸੰਤੁਲਨ ਵਿਗਾੜ ਦਿੰਦੇ ਹਨ। ਇਸਤਰੀ ਚਾਹੁੰਦੀ ਕੀ ਹੈ, ਇਸ ਸਮੱਸਿਆ ਨੂੰ ਅਜੇ ਮਨੋਵਿਗਿਆਨੀ ਵੀ ਨਹੀਂ ਨਜਿੱਠ ਸਕੇ। ਇੱਕ ਲੋਕ ਕਥਾ ਅਨੁਸਾਰ ਇੱਕ ਵਾਰੀ ਇੱਕ ਰਾਜੇ ਨੇ ਉਸ ਵਿਅਕਤੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ
ਜਿਹੜਾ ਦੱਸ ਸਕੇ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ। ਇੱਕ ਕੈਦੀ ਨੇ ਕਿਹਾ, ਮੇਰੀ ਕੈਦ ਮੁਆਫ਼ ਕਰਕੇ 1 ਸਾਲ ਦਾ ਸਮਾਂ ਦਿੱਤਾ ਜਾਵੇ, ਮੈਂ ਜਵਾਬ ਦੇਵਾਂਗਾ। ਮੋਹਲਤ ਦੇ ਦਿੱਤੀ ਗਈ। ਉਸ ਕੈਦੀ ਨੇ ਸਭ ਢੰਗਾਂ ਨਾਲ ਜਾਣਨ ਦਾ ਯਤਨ ਕੀਤਾ, ਪਰ ਕੋਈ ਸੰਤੋਖਜਨਕ ਉੱਤਰ ਨਾ ਮਿਲਿਆ। ਆਖਰ ਜਦੋਂ ਸਾਲ ਮੁੱਕਣ ਵਿੱਚ ਕੁਝ ਦਿਨ ਹੀ ਰਹਿ ਗਏ ਤਾਂ ਉਸ ਨੂੰ ਕਿਸੇ ਨੇ ਇੱਕ ਚੁੜੇਲ ਦੀ ਦੱਸ ਪਾਈ, ਜਿਹੜੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ। ਉਹ ਉੱਥੇ ਗਿਆ। ਚੁੜੇਲ ਨੇ ਸ਼ਰਤ ਰੱਖੀ ਕਿ ਜਵਾਬ ਲੈਣ ਲਈ ਉਸ ਨੂੰ ਉਸ ਨਾਲ ਵਿਆਹ ਕਰਵਾਉਣਾ ਪਵੇਗਾ। ਉਹ ਸੋਚੀ ਪੈ ਗਿਆ। ਸਾਰੀ ਰਾਤ ਸੋਚਦਾ ਰਿਹਾ ਕਿ ਚੁੜੇਲ ਨਾਲ ਵਿਆਹ ਕਰਵਾਵਾਂ ਕਿ ਕੈਦ ਭੁਗਤਾਂ। ਆਖਰ ਉਸਨੇ ਨਿਰਣਾ ਕੀਤਾ ਕਿ ਉਹ ਵਿਆਹ ਕਰਵਾਏਗਾ। ਇਹ ਫੈਸਲਾ ਜਦੋਂ ਉਸ ਚੁੜੇਲ ਨੂੰ ਦੱਸਣ ਲਈ ਪਹੁੰਚਿਆ ਤਾਂ ਅੱਗੇ ਪਰੀ ਵਰਗੀ ਇੱਕ ਇਸਤਰੀ ਬੈਠੀ ਹੋਈ ਸੀ। ਉਸੇ ਨੇ ਦੱਸਿਆ ਕਿ ਉਹ ਉਹੀ ਚੁੜੇਲ ਸੀ। ਪੁਰਸ਼ ਵੱਲੋਂ ਵਿਆਹ ਕਰਵਾਉਣ ਦਾ ਫੈਸਲਾ ਸੁਣ ਕੇ ਚੁੜੇਲ ਨੇ ਕਿਹਾ, ਮੈਂ 12 ਘੰਟੇ ਪਰੀ ਵਾਂਗ ਹੋਇਆ ਕਰਾਂਗੀ ਅਤੇ 12 ਘੰਟੇ ਚੁੜੇਲ। ਤੂੰ ਦੱਸ ਮੈਂ ਕਦੋਂ ਪਰੀ ਹੋਇਆ ਕਰਾਂ ਅਤੇ ਕਦੋਂ ਚੁੜੇਲ। ਉਹ ਵਿਅਕਤੀ ਫਿਰ ਸੋਚਾਂ ਵਿੱਚ ਪੈ ਗਿਆ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਗੁਜ਼ਰੇਗੀ, ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਕਿਵੇਂ ਗੁਜ਼ਰੇਗਾ। ਆਖਿਰ ਉਹ ਚੁੜੇਲ ਕੋਲ ਗਿਆ ਤੇ ਉਸਨੂੰ ਕਿਹਾ, ਤੂੰ ਆਪਣੀ ਮਰਜ਼ੀ ਕਰ। ਜਦੋਂ ਤੇਰਾ ਦਿਲ ਕਰੇ ਚੁੜੇਲ ਬਣ ਜਾਈਂ, ਜਦੋਂ ਤੇਰਾ ਦਿਲ ਕਰੇ ਤੂੰ ਪਰੀ ਬਣ ਜਾਈਂ। ਉਸ ਇਸਤਰੀ ਨੇ ਕਿਹਾ, ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਹੈ, ਸੋ ਮੈਂ ਫੈਸਲਾ ਕੀਤਾ ਹੈ ਕਿ ਮੈਂ ਦਿਨ ਰਾਤ ਪਰੀ ਬਣ ਕੇ ਹੀ ਰਿਹਾ ਕਰਾਂਗੀ। ਤੇਰੀ ਗੱਲ ਦਾ ਰਾਜੇ ਦੇ ਸਵਾਲ ਦਾ ਜਵਾਬ ਇਹ ਹੈ ਕਿ ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ। ਇਸਤਰੀਆਂ ਸ਼ਾਂਤੀ ਅਤੇ ਸੁਰੱਖਿਆ ਦੌਰਾਨ ਸਿਆਣੀਆਂ ਗੱਲਾਂ ਕਰਦੀਆਂ ਹਨ, ਪਰ ਸੰਕਟ ਨਾਲ ਨਜਿੱਠਣ ਵਿੱਚ ਪੁਰਸ਼ ਵਧੇਰੇ ਮਾਹਿਰ ਹੁੰਦੇ ਹਨ। ਜਦੋਂ ਪੁਰਸ਼ ਇਸਤਰੀ ਦੀ ਸਿਫਤ ਕਰੇ ਤਾਂ ਸਮਝੋ ਸਭ ਕੁਝ ਠੀਕ ਹੋ ਜਾਵੇਗਾ। ਜਦੋਂ ਇਸਤਰੀ ਪੁਰਸ਼ ਦੀ ਪ੍ਰਸ਼ੰਸਾ ਕਰੇ ਤਾਂ ਸਮਝੋ ਸਭ ਕੁਝ ਠੀਕ ਹੈ। ਪੁਰਸ਼ਾਂ ਕਾਰਨ ਇਸਤਰੀਆਂ ਇੱਕ ਦੂਜੀ ਨਾਲ ਸਾੜਾ ਕਰਦੀਆਂ ਹਨ, ਜਦੋਂ ਕਿ ਇਸਤਰੀਆਂ ਕਾਰਨ ਪੁਰਸ਼ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ। ਮਾਂ ਬਣਨ ਲਈ ਇਸਤਰੀ ਨੂੰ ਆਪਣੀ ਸੁੰਦਰਤਾ ਦੀ ਕੁਰਬਾਨੀ ਦੇਣੀ ਪੈਂਦੀ ਹੈ, ਜਦੋਂ ਕਿ ਪਿਤਾ ਬਣਨ ਲਈ ਪੁਰਸ਼ ਨੂੰ ਆਪਣੀ ਕਮਾਈ ਪਰਿਵਾਰ ਦੇ ਸਾਰੇ ਜੀਆਂ ਨਾਲ ਵੰਡਣੀ ਪੈਂਦੀ ਹੈ। ਪਿਆਰ ਭਾਵੇਂ ਕੋਈ ਕਰੇ, ਇਸ ਵਿੱਚ ਬਹੁਤਾ ਅੰਸ਼ ਕਲਪਨਾ ਦਾ ਹੁੰਦਾ ਹੈ। ਹਰ ਕਿਸੇ ਨੂੰ ਆਪਣੇ ਮਹਿਬੂਬ ਵਿੱਚ ਇੱਕ ਨਿਵੇਕਲਾਪਨ ਵਿਖਾਈ ਦਿੰਦਾ ਹੈ, ਪਰ ਇਹ ਨਿਰੋਲ ਕਲਪਨਾ ਹੁੰਦੀ ਹੈ। ਜੇ ਕਲਪਨਾ ਨਾ ਹੁੰਦੀ ਤਾਂ ਪੁਰਸ਼ ਨੂੰ ਨੌਕਰਾਣੀ ਜਾਂ ਮਹਾਰਾਣੀ ਦੀਆਂ ਬਾਹਾਂ ਵਿੱਚ ਹੋਣ ਵੇਲੇ ਕੋਈ ਅੰਤਰ ਨਹੀਂ ਸੀ ਲੱਭਣਾ। ਇੱਥੇ ਦੋਸਤੀ ਅਤੇ ਪਿਆਰ ਵਿੱਚ ਵੀ ਅੰਤਰ ਸਮਝਣ ਦੀ ਲੋੜ ਹੈ। ਪੁਰਸ਼ ਵਿਚਕਾਰ ਅਤੇ ਇਸਤਰੀ ਵਿਚਕਾਰ ਦੋਸਤੀ ਹੋ ਸਕਦੀ ਹੈ, ਪਿਆਰ ਨਹੀਂ। ਉਹ ਦੋਸਤੀ ਨੂੰ ਪਿਆਰ ਸਮਝਦੇ ਹਨ, ਪਰ ਇਹ ਹੁੰਦੀ ਦੋਸਤੀ ਹੈ। ਇਸਤਰੀ ਪੁਰਸ਼ ਵਿਚਕਾਰ ਦੋਸਤੀ ਨਹੀਂ ਹੁੰਦੀ, ਪਿਆਰ ਹੀ ਹੋ ਸਕਦਾ ਹੈ। ਕਈ ਮੰਨਦੇ ਨਹੀਂ, ਪਰ ਹੁੰਦਾ ਇਵੇਂ ਹੀ ਹੈ, ਕਿਉਂਕਿ ਜਿਹੜੇ ਨਹੀਂ ਮੰਨਦੇ ਉਹਨਾਂ ਵਿੱਚ ਦੋਸਤੀ ਦੇ ਓਹਲੇ ਜਾਂ ਪਰਦੇ ਥੱਲੇ ਹੀ ਪਿਆਰ ਕਰਨ ਦੀ ਹਿੰਮਤ ਹੁੰਦੀ ਹੈ। ਦੋਸਤੀ ਪ੍ਰਗਟ ਹੋਣ 'ਤੇ ਹੋਰ ਸ਼ਕਤੀਸ਼ਾਲੀ ਹੋ ਜਾਂਦੀ ਹੈ, ਜਦੋਂ ਕਿ ਪਿਆਰ ਨਸ਼ਰ ਹੋਣ 'ਤੇ ਉਸਦਾ ਨਿੱਘ ਘਟ ਜਾਂਦਾ ਹੈ। ਸੱਚਾ ਪਿਆਰ ਸੁਪਨਾ ਹੈ, ਆਦਰਸ਼ ਹੈ, ਵਾਸਤਵਿਕਤਾ ਨਹੀਂ, ਕਿਉਂਕਿ ਸੱਚਾ ਪਿਆਰ ਕਵਿਤਾਵਾਂ ਅਤੇ ਕਿੱਸਿਆਂ ਵਿੱਚ ਹੀ ਹੁੰਦਾ ਹੈ। ਵਾਸਤਵ ਵਿੱਚ ਇਹ ਅਨੇਕਾਂ ਦਬਾਵਾਂ ਕਾਰਨ ਸੱਚਾ ਰਹਿ ਨਹੀਂ ਸਕਦਾ। ਜਿਨ੍ਹਾਂ ਪ੍ਰੇਮੀਆਂ ਦੇ ਅਸੀਂ ਕਿੱਸੇ ਸੁਣਦੇ ਹਾਂ, ਉਹ ਆਪਣੇ ਪਿਆਰ ਦੇ ਮੁੱਢਲੇ ਪੜਾਅ ਵਿੱਚ ਹੀ ਮਰ ਗਏ ਸਨ। ਉਹ ਜਲਦੀ ਮਰਨ ਕਰਕੇ ਮਹਾਨ ਪ੍ਰਤੀਤ ਹੁੰਦੇ ਹਨ। ਪ੍ਰੇਮੀਆਂ ਦਾ ਉਦੇਸ਼ ਪਤੀ ਪਤਨੀ ਵਾਂਗ ਰਹਿਣਾ ਹੁੰਦਾ ਹੈ, ਪਰ ਪਿਆਰ ਵਿੱਚ ਸਫਲਤਾ ਅਤੇ ਅਸਫਲਤਾ ਦੋਵੇਂ ਦੁਖਾਂਤ ਬਣਦੇ ਹਨ। ਪਤਨੀ ਚਾਹੁੰਦੀ ਹੈ ਕਿ ਜਦੋਂ ਮੈਂ ਚਾਹਾਂ ਪਤੀ ਘਰ ਆ ਜਾਵੇ ਅਤੇ ਜਿਤਨਾ ਚਿਰ ਮੈਂ ਚਾਹਾਂ ਉਹ ਮੇਰੇ ਕੋਲ ਰਹੇ, ਜਦੋਂ ਕਿ ਪਤੀ ਚਾਹੁੰਦਾ ਹੈ ਕਿ ਜਦੋਂ ਮੈਂ ਚਾਹਾਂ ਮੈਂ ਘਰੋਂ ਬਾਹਰ ਜਾ ਸਕਾਂ ਅਤੇ ਜਿਤਨਾ ਚਿਰ ਚਾਹਾਂ ਘਰੋਂ ਬਾਹਰ ਰਹਿ ਸਕਾਂ। ਕਿਸੇ ਵੀ ਸਮਾਜ ਵਿੱਚ ਪਿਆਰ ਦੀ ਤਿਕੋਣ ਨੂੰ ਪ੍ਰਵਾਨਗੀ ਨਹੀਂ, ਪਰ ਹਰ ਸਮਾਜ ਵਿੱਚ ਇਹ ਤਿਕੋਣ ਹਾਜ਼ਰ ਹੈ। ਜਦੋਂ ਨਾਜਾਇਜ਼ ਸੰਬੰਧ ਉਸਰਦੇ ਹਨ ਤਾਂ ਪੁਰਸ਼ ਇਸਤਰੀ ਨੂੰ ਕਦੇ ਨਹੀਂ ਕਹਿੰਦਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈ ਕੇ ਉਸ ਨਾਲ ਵਿਆਹ ਕਰਵਾਏ, ਜਦੋਂ ਕਿ ਇਸਤਰੀ ਪੁਰਸ਼ ਨੂੰ ਕਹਿੰਦੀ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾਏ। ਇਸ ਦਾ ਕਾਰਨ ਇਹ ਹੈ ਕਿ ਪਿਤਾ ਦੇ ਘਰ ਤੋਂ ਬਾਹਰ ਇਸਤਰੀ ਵਿਆਹ ਦੀ ਸੁਰੱਖਿਆ ਵਿੱਚ ਹੀ ਵਿਚਰਨਾ ਚਾਹੁੰਦੀ ਹੈ।
ਤਲਾਕ ਲੈਣਾ ਮੁੱਖ ਰੂਪ ਵਿੱਚ ਇੱਕ ਇਸਤਰੀ ਸੰਕਲਪ ਹੈ। ਪੁਰਸ਼ ਆਪਣੀ ਪਤਨੀ ਨਾਲ ਦੁਰਵਿਹਾਰ ਭਾਵੇਂ ਕਰੇ, ਪਰ ਤਲਾਕ ਦੇਣ ਲੈਣ ਬਾਰੇ ਗੱਲ ਨਹੀਂ ਕਰਦਾ। ਪਰ ਇਸਤਰੀ ਖਹਿੜਾ ਛੁਡਾਉਣ ਲਈ ਤਲਾਕ ਲੈਂਦੀ ਹੈ, ਸੋ ਤਲਾਕ ਅਕਸਰ ਸ਼ਾਂਤੀ ਦੇ ਉਦੇਸ਼ ਅਧੀਨ ਲਿਆ ਜਾਂਦਾ ਹੈ। ਤਲਾਕ ਉਪਰੰਤ ਇਸਤਰੀ ਨੂੰ ਪੁਰਸ਼ ਦੇ ਮੁਕਾਬਲੇ ਵਧੇਰੇ ਮਾਯੂਸੀ ਅਤੇ ਉਦਾਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਸ਼ ਸੋਚ ਅਤੇ ਵਿਹਾਰ ਦੇ ਪੱਖੋਂ ਘੁਮੱਕੜ ਹੈ, ਜਦੋਂ ਕਿ ਹਰੇਕ ਇਸਤਰੀ ਨੂੰ ਇੱਕ ਘਰ ਚਾਹੀਦਾ ਹੁੰਦਾ ਹੈ ਜਿੱਥੇ ਉਹ ਟਿਕ ਕੇ ਰਹਿ ਸਕੇ, ਜਿੱਥੇ ਉਹ ਕੱਪੜੇ ਬਦਲ ਸਕੇ, ਜਿੱਥੇ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕੇ। ਜਿਹੜੇ ਜੀਅ ਘਰ ਹੁੰਦੇ ਹਨ, ਇਸਤਰੀ ਉਹਨਾਂ ਨੂੰ ਬਾਹਰ ਜਾਣ ਜੋਗਾ ਬਣਾਉਂਦੀ ਰਹਿੰਦੀ ਹੈ। ਜਿਹੜੇ ਬਾਹਰ ਹੁੰਦੇ ਹਨ, ਉਹਨਾਂ ਨੂੰ ਉਹ ਉਡੀਕਦੀ ਰਹਿੰਦੀ ਹੈ। ਮਾਂ ਆਪਣੇ ਪੁੱਤਰ ਨੂੰ ਬੋਲਣਾ ਸਿਖਾਉਂਦੀ ਹੈ, ਪਰ ਇਸਤਰੀ ਆਪਣੀ ਸੱਸ ਦੇ ਪੁੱਤਰ ਨੂੰ ਚੁੱਪ ਰਹਿਣਾ ਸਿਖਾਉਂਦੀ ਹੈ। ਕੋਈ ਵੀ ਇਸਤਰੀ ਸੱਸ ਕਹਾਉਣਾ ਨਹੀਂ ਚਾਹੁੰਦੀ, ਪਰ ਚਾਅ ਵਿੱਚ ਬਣ ਜਾਂਦੀ ਹੈ। ਇਸ ਚਾਅ ਦੇ ਮੁੱਕਣ ਕਾਰਨ ਹੀ ਉਹ ਅਕਸਰ ਆਪਣੀ ਨੂੰਹ ਨਾਲ ਲੜਦੀ ਹੈ ਅਤੇ ਪੁੱਤਰ ਤੋਂ ਨਿਰਾਸ਼ ਹੁੰਦੀ ਹੈ। ਸਧਾਰਨ ਪੁਰਸ਼ ਆਪਣੀਆਂ ਸੱਸਾਂ ਤੋਂ ਤੰਗ ਹੁੰਦੇ ਹਨ ਅਤੇ ਸਿਆਣੇ ਪੁਰਸ਼ ਆਪਣੀਆਂ ਸਾਲੀਆਂ ਤੋਂ। ਹਰ ਸਿਆਣਾ ਪੁਰਸ਼ ਇਸਤਰੀ ਦਾ ਸਤਿਕਾਰ ਕਰਦਾ ਹੈ। ਉਹ ਸਿਆਣਾ ਹੋਣ ਕਰਕੇ ਸਤਿਕਾਰ ਨਹੀਂ ਕਰਦਾ, ਸਤਿਕਾਰ ਕਰਨ ਕਰਕੇ ਸਿਆਣਾ ਹੁੰਦਾ ਹੈ। ਜਿਹੜਾ ਪੁਰਸ਼ ਇਸਤਰੀਆਂ ਦਾ ਅਧਿਕ ਸਤਿਕਾਰ ਕਰਦਾ ਹੈ, ਇਸਤਰੀਆਂ ਉਸ ਨੂੰ ਸਿਆਣਾ ਨਹੀਂ ਸਮਝਦੀਆਂ, ਸਗੋਂ ਉਸ ਉੱਤੇ ਹੱਸਦੀਆਂ ਹਨ ਅਤੇ ਉਹ ਉਸ ਨੂੰ ਕਮਜ਼ੋਰ ਸਮਝਦੀਆਂ ਹਨ। ਇਸਤਰੀ ਚਾਹੁੰਦੀ ਹੈ ਕਿ ਪੁਰਸ਼ ਫੈਸਲੇ ਲਏ ਅਤੇ ਅਗਵਾਈ ਕਰੇ। ਇਸਤਰੀ ਦੀ ਸਭ ਤੋਂ ਵੱਡੀ ਸੁਰੱਖਿਆ ਉਸਦੀ ਜਵਾਨੀ ਅਤੇ ਸੁੰਦਰਤਾ ਹੁੰਦੀ ਹੈ। ਪੁਰਸ਼ ਅਜਿਹੀ ਸੁਰੱਖਿਆ ਆਪਣੇ ਅਹੁਦੇ ਅਤੇ ਜਾਇਦਾਦ ਵਿੱਚੋਂ ਲੱਭਦਾ ਹੈ। ਜਵਾਨ ਅਤੇ ਸੁੰਦਰ ਰਹਿਣ ਦੀ ਸੰਦੀਵੀ ਇੱਛਾ ਕਾਰਨ ਹੀ ਇਸਤਰੀਆਂ ਅਕਸਰ ਆਪਣੀ ਉਮਰ ਸਹੀ ਨਹੀਂ ਦੱਸਦੀਆਂ। ਇਸਤਰੀਆਂ ਵੱਲੋਂ ਸਹੀ ਉਮਰ ਨਾ ਦੱਸਣ ਦਾ ਇੱਕ ਕਾਰਨ ਇਹ ਹੈ ਕਿ ਇਸਤਰੀਆਂ ਆਪਣੀ ਉਮਰ ਜਨਮ ਦਿਨ ਤੋਂ ਨਹੀਂ, ਵਿਆਹ ਦੇ ਦਿਨ ਤੋਂ ਮਾਪਦੀਆਂ ਹਨ, ਕਿਉਂਕਿ ਵਿਆਹ ਉਹਨਾਂ ਲਈ ਨਵੇਂ ਜਨਮ ਵਾਂਗ ਹੁੰਦਾ ਹੈ। ਇਸਤਰੀ ਆਪਣੀ ਉਮਰ ਦੱਸਣ ਵੇਲੇ ਉਸ ਵਿੱਚੋਂ ਜਿਤਨੇ ਸਾਲ ਘਟਾਉਂਦੀ ਹੈ, ਉਤਨੇ ਸਾਲ ਉਹ ਕਿਸੇ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ ਜਿਸ ਨੂੰ ਉਹ ਪਸੰਦ ਨਹੀਂ ਕਰਦੀ। ਜੇ ਕੋਈ 50 ਸਾਲ ਦਾ ਪੁਰਸ਼ ਕਿਸੇ 30 ਸਾਲ ਦੀ ਇਸਤਰੀ ਨਾਲ ਵਿਆਹ ਕਰਾਏ ਤਾਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹ ਦੋਵੇਂ 40-40 ਸਾਲ ਦੇ ਲੱਗਣ ਲੱਗ ਪੈਣਗੇ। ਪੁਰਸ਼ਾਂ ਦੀ ਪਹੁੰਚ ਵਿੱਚ ਕਈ ਚੀਜ਼ਾਂ ਦਾਜ ਰਾਹੀਂ ਹੀ ਆਉਂਦੀਆਂ ਹਨ। ਇਸਤਰੀ ਨੂੰ ਪਤੀ ਦੀ ਆਮਦਨ ਨਾਲ ਖਰੀਦੇ ਗਹਿਣਿਆਂ ਦਾ ਮਾਣ ਹੁੰਦਾ ਹੈ, ਪਰ ਉਸ ਨੂੰ ਗਹਿਣੇ ਜੇ ਆਪਣੀ ਕਮਾਈ ਨਾਲ ਖਰੀਦਣੇ ਪੈਣ ਤਾਂ ਉਹਨਾਂ ਦੀ ਚਮਕ ਘੱਟ ਜਾਂਦੀ ਹੈ। ਸਹਿਮਤ ਹੋਣ ਨੂੰ ਮਨ ਤਾਂ ਨਹੀਂ ਕਰਦਾ, ਪਰ ਸੱਚ ਇਹ ਹੈ ਕਿ ਜੇ ਦਾਜ ਨਾ ਹੁੰਦਾ ਤਾਂ ਲਗਭਗ ਹਰ ਕਿਸੇ ਨੇ ਉਧਲ ਜਾਣਾ ਸੀ। ਦਾਜ ਦੀ ਧਰਵਾਸ ਨਾਲ ਵਿਆਹ ਉਡੀਕਣ ਯੋਗ ਅਤੇ ਬਰਦਾਸ਼ਤ ਕਰਨ ਯੋਗ ਬਣਾਏ ਜਾਂਦੇ ਹਨ। ਸੁੰਦਰ ਇਸਤਰੀਆਂ ਅਤੇ ਸ਼ਕਤੀਸ਼ਾਲੀ ਪੁਰਸ਼ ਇੱਕ ਪਿਆਰ ਜਾਂ ਇੱਕ ਵਿਆਹ ਨਾਲ ਸੰਤੁਸ਼ਟ ਨਹੀਂ ਹੁੰਦੇ। ਅਜਿਹਾ ਵਾਪਰਨ ਵਿੱਚ ਕਿਸੇ ਦਾ ਦੋਸ਼ ਨਹੀਂ ਹੁੰਦਾ। ਸੁੰਦਰ ਇਸਤਰੀਆਂ ਵਿੱਚ ਦੂਜੇ ਪੁਰਸ਼ ਦਿਲਚਸਪੀ ਲੈਂਦੇ ਹਨ ਅਤੇ ਸ਼ਕਤੀਸ਼ਾਲੀ ਪੁਰਸ਼ਾਂ ਵਿੱਚ ਦੂਜੀਆਂ ਇਸਤਰੀਆਂ ਦੀ ਦਿਲਚਸਪੀ ਵੱਧ ਜਾਂਦੀ ਹੈ। ਜਿਹੜਾ ਪੁਰਸ਼ ਇਸਤਰੀ ਦੀ ਸੁੰਦਰਤਾ ਦੀ ਪ੍ਰਸ਼ੰਸਾ ਨਹੀਂ ਕਰ ਸਕਦਾ, ਇਸ ਦਾ ਅਰਥ ਹੈ ਕਿ ਉਸ ਨੂੰ ਇਸਤਰੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ। ਅਜੇ ਤੱਕ ਸਾਰੇ ਸੰਸਾਰ ਵਿੱਚ ਇੱਕ ਵੀ ਮਿਸਾਲ ਅਜਿਹੀ ਨਹੀਂ ਮਿਲਦੀ ਜਦੋਂ ਭਾਂਡੇ ਮਾਂਜਦੇ ਜਾਂ ਕੱਪੜੇ ਧੋਂਦੇ ਪਤੀ ਨੂੰ ਪਤਨੀ ਨੇ ਬੁਰਾ ਭਲਾ ਕਿਹਾ ਹੋਵੇ। ਇਸਤਰੀ ਚਾਹੁੰਦੀ ਹੈ ਕਿ ਪਤੀ ਯਾਦ ਰੱਖੇ ਕਿ ਉਸਦਾ ਪਰਿਵਾਰ ਉਸਾਰਨ ਲਈ ਉਹ ਆਪਣੇ ਪਰਿਵਾਰ ਦਾ ਤਿਆਗ ਕਰਕੇ ਆਈ ਹੈ। ਪੁਰਸ਼ਾਂ ਅਤੇ ਇਸਤਰੀਆਂ ਦੇ ਸਮਝਣ ਦੇ ਢੰਗ ਤਰੀਕੇ ਵਿੱਚ ਵੀ ਅੰਤਰ ਹੁੰਦਾ ਹੈ। ਇਸਤਰੀਆਂ ਭਾਵੇਂ ਜਾਣਦੀਆਂ ਕੁਝ ਨਹੀਂ ਹੁੰਦੀਆਂ, ਪਰ ਸਮਝਦੀਆਂ ਸਭ ਕੁਝ ਹੁੰਦੀਆਂ ਹਨ, ਜਦੋਂ ਕਿ ਪੁਰਸ਼ ਜਾਣਦੇ ਸਭ ਕੁਝ ਹੁੰਦੇ ਹਨ ਪਰ ਸਮਝਦੇ ਕੁਝ ਨਹੀਂ। ਇਸਤਰੀ ਸੰਕੇਤਾਂ ਵਿੱਚ ਅਤੇ ਸੰਕੇਤਕ ਭਾਸ਼ਾ ਵਿੱਚ ਗੱਲ ਕਰਦੀ ਹੈ, ਜਦੋਂ ਕਿ ਪੁਰਸ਼ ਹਰ ਗੱਲ ਨੂੰ ਸਪਸ਼ਟ ਕਰਨ ਦਾ ਯਤਨ ਕਰਦਾ ਹੈ। ਇਸਤਰੀ ਜਦੋਂ ਪੁਰਸ਼ ਨੂੰ ਚੁੰਮਦੀ ਹੈ ਤਾਂ ਸੰਕੇਤ ਵੀ ਦਿੰਦੀ ਹੈ ਕਿ ਮੇਰੇ ਦਿਲ ਦੇ ਬੂਹੇ ਖੁੱਲ੍ਹੇ ਹਨ। ਜਦੋਂ ਇਸਤਰੀ ਬੱਚੇ ਨੂੰ ਚੁੰਮਦੀ ਹੈ ਤਾਂ ਸਮਝਦੀ ਹੈ ਕਿ ਬੱਚਾ ਉਸਦੇ ਚੁੰਮਣਾ ਨਾਲ ਹੋਰ ਵੀ ਸੋਹਣਾ ਹੋ ਗਿਆ ਹੋਵੇਗਾ, ਸੋ ਚੁੰਮਣ ਉਪਰੰਤ ਉਹ ਬੱਚੇ ਦਾ ਮੂੰਹ ਜ਼ਰੂਰ ਵੇਖਦੀ ਹੈ।
ਜੇ ਪੁਰਸ਼ ਨੂੰ ਇਸਤਰੀ ਪਿਆਰ ਨਾ ਮਿਲੇ ਤਾਂ ਉਹ ਮੂਰਖ ਅਤੇ ਗੈਰ ਜ਼ਿੰਮੇਵਾਰ ਮੁੰਡਾ ਹੀ ਰਹਿੰਦਾ ਹੈ, ਸੁਚੱਜਾ ਪੁਰਸ਼ ਨਹੀਂ ਬਣਦਾ। ਜੇ ਇਸਤਰੀ ਨੂੰ ਪੁਰਸ਼ ਪਿਆਰ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਸੋਹਣੀ ਨਹੀਂ ਸਮਝਦੀ ਅਤੇ ਆਪਣੇ ਆਪ ਨੂੰ ਕੋਸਦੀ ਰਹਿੰਦੀ ਹੈ। ਜੇ ਘਰ ਵਿੱਚ ਧੀ ਨਾ ਹੋਵੇ ਤਾਂ ਪੁਰਸ਼ ਕੁਝ ਵੀ ਹੋਵੇ, ਉਸ ਵਿੱਚ ਪਿਤਾ ਵਾਲੇ ਚੰਗੇ ਗੁਣ ਲੱਛਣ ਨਹੀਂ ਉਪਜਦੇ। ਜੇ ਘਰ ਵਿੱਚ ਪੁੱਤਰ ਨਾ ਹੋਵੇ ਤਾਂ ਇਸਤਰੀ ਡਰੀ ਡਰੀ ਰਹਿੰਦੀ ਹੈ। ਜਿਸ ਪੁਰਸ਼ ਨੂੰ ਕਿਸੇ ਵੀ ਮਨੁੱਖ ਵਿੱਚ ਵਿਸ਼ਵਾਸ ਨਹੀਂ ਹੁੰਦਾ, ਉਹ ਵੀ ਚਾਹੁੰਦਾ ਹੈ ਕਿ ਕੋਈ ਇਸਤਰੀ ਉਸ 'ਤੇ ਵਿਸ਼ਵਾਸ ਕਰੇ। ਪੁਰਸ਼ ਸੰਖੇਪ ਗੱਲ ਕਰਦੇ ਹਨ ਤੇ ਗੱਲ ਮੁਕਾ ਕੇ ਚੱਲ ਪੈਂਦੇ ਹਨ, ਜਦੋਂ ਕਿ ਇਸਤਰੀਆਂ ਨੇ ਗੇਟ ਦੇ ਕੋਲ ਖਲੋ ਕੇ ਕੀਤੀਆਂ ਗੱਲਾਂ ਦੁਹਰਾਉਣੀਆਂ ਹੁੰਦੀਆਂ ਹਨ। ਸੁੱਖ ਅਤੇ ਸੁੰਦਰਤਾ ਦੀ ਚੋਣ ਵਿੱਚ ਪੁਰਸ਼ ਸੁਤੰਤਰਤਾ ਦੀ ਅਤੇ ਇਸਤਰੀਆਂ ਸੁੱਖ ਦੀ ਚੋਣ ਕਰਦੀਆਂ ਹਨ। ਇਹ ਇੱਕ ਵਿਸ਼ਵ ਵਿਆਪੀ ਸੱਚ ਹੈ ਕਿ ਸਾਦਗੀ ਅਤੇ ਸਾਦੇ ਜੀਵਨ ਦੀਆਂ ਸਾਰੀਆਂ ਗੱਲਾਂ ਪੁਰਸ਼ਾਂ ਨੇ ਕੀਤੀਆਂ ਹਨ, ਜਦੋਂ ਕਿ ਇਸਤਰੀਆਂ ਸੁਭਾਵਿਕ ਹੀ ਸ਼ਾਹਾਨਾ ਅਤੇ ਚਮਕੀਲੇ ਜੀਵਨ, ਜਸ਼ਨ ਅਤੇ ਰੌਣਕ ਦੀਆਂ ਅਭਿਲਾਸ਼ੀ ਹੁੰਦੀਆਂ ਹਨ। ਦੂਜੇ ਪਾਸੇ ਸੋਗ ਮਨਾਉਣ ਅਤੇ ਦੁੱਖ ਪ੍ਰਗਟਾਉਣ ਵਿੱਚ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਨਿਪੁੰਨ ਹੁੰਦੀਆਂ ਹਨ। ਪੁਰਸ਼ ਦੁਰੇਡੀਆਂ ਚੀਜ਼ਾਂ, ਥਾਵਾਂ, ਵਿਅਕਤੀਆਂ ਆਦਿ ਵਿੱਚ ਦਿਲਚਸਪੀ ਲੈਂਦੇ ਹਨ, ਜਦੋਂ ਕਿ ਇਸਤਰੀਆਂ ਦੀ ਵਧੇਰੇ ਦਿਲਚਸਪੀ ਨੇੜੇ ਦੀਆਂ ਚੀਜ਼ਾਂ ਵਿੱਚ, ਆਪਣੇ ਆਪ ਵਿੱਚ, ਆਪਣੇ ਪਰਿਵਾਰ ਦੇ ਜੀਆਂ ਵਿੱਚ, ਗੁਆਂਢੀਆਂ ਵਿੱਚ, ਰਿਸ਼ਤੇਦਾਰਾਂ ਆਦਿ ਵਿੱਚ ਹੁੰਦੀ ਹੈ। ਪੁਰਸ਼ਾਂ ਦੀ ਦਿਲਚਸਪੀ ਹਥਿਆਰਾਂ, ਜੰਗਾਂ, ਜਿੱਤਾਂ ਅਤੇ ਲਾਭਾਂ ਵਿੱਚ ਹੁੰਦੀ ਹੈ, ਜਦੋਂ ਕਿ ਇਸਤਰੀਆਂ ਦੀ ਦਿਲਚਸਪੀ ਰਿਸ਼ਤਿਆਂ ਦੀ ਸਮਾਜਿਕ, ਸੱਭਿਆਚਾਰਕ ਉਧੇੜ-ਬੁਣ ਵਿੱਚ ਹੁੰਦੀ ਹੈ। ਜੋ ਆਨੰਦ ਪੁਰਸ਼ ਨੂੰ ਪੈਸੇ ਕਮਾਉਣ ਅਤੇ ਆਮਦਨ ਵਧਾਉਣ ਨਾਲ ਮਿਲਦਾ ਹੈ, ਇਸਤਰੀ ਨੂੰ ਉਹੀ ਆਨੰਦ ਕੀਮਤੀ ਗਹਿਣੇ ਪਾ ਕੇ, ਚੰਗੇ ਨਵੇਂ ਫੱਬਵੇਂ ਅਤੇ ਪੁਰਸ਼ਾਂ ਦਾ ਧਿਆਨ ਖਿੱਚਣ ਵਾਲੇ ਕੱਪੜੇ ਪਹਿਨ ਕੇ ਮਿਲਦਾ ਹੈ। ਪੁਰਸ਼ ਨੂੰ ਪੈਸੇ ਕਮਾ ਕੇ ਖੁਸ਼ੀ ਮਿਲਦੀ ਹੈ, ਇਸਤਰੀ ਨੂੰ ਖਰਚ ਕੇ। ਬੱਚੇ ਦੇ ਰੋਣ ਨਾਲ ਮਾਂ ਥੱਕ ਜਾਂਦੀ ਹੈ, ਜਦੋਂ ਕਿ ਪਿਤਾ ਚਿੜ ਜਾਂਦਾ ਹੈ। ਇਸਤਰੀਆਂ ਦੀ ਹਾਜ਼ਰੀ ਨਾਲ ਪੁਰਸ਼ ਚੁਸਤ ਹੋ ਜਾਂਦੇ ਹਨ ਅਤੇ ਪੁਰਸ਼ਾਂ ਦੀ ਹਾਜ਼ਰੀ ਵਿੱਚ ਇਸਤਰੀਆਂ ਜਵਾਨ ਹੋ ਜਾਂਦੀਆਂ ਹਨ। ਜਦੋਂ ਵੀ ਇਸਤਰੀਆਂ ਪੁਰਸ਼ਾਂ ਦੀ ਗੱਲ ਹੋਵੇਗੀ ਤਾਂ ਪਿਆਰ ਦੀ ਗੱਲ ਤਾਂ ਹੋਵੇਗੀ ਹੀ। ਹਰੇਕ ਪੁਰਸ਼ ਅਤੇ ਇਸਤਰੀ ਦੀ ਮੁੱਢਲੀ ਇੱਛਾ ਪ੍ਰੇਮ ਕਰਨ ਦੀ ਅਤੇ ਪ੍ਰੇਮੀ ਬਣਨ ਦੀ ਹੁੰਦੀ ਹੈ। ਪਿਆਰ ਨੂੰ ਪਾਗਲਪਨ ਤਾਂ ਨਹੀਂ ਕਹਿਣਾ ਚਾਹੀਦਾ, ਪਰ ਪਾਗਲਪਨ ਨਾਲ ਇਸ ਦੀਆਂ ਸਾਂਝਾਂ ਅਨੇਕ ਹਨ। ਸਮਾਜ ਕੋਈ ਹੋਵੇ, ਇਸਤਰੀਆਂ ਪੁਰਸ਼ਾਂ ਦੇ ਪਰਸਪਰ ਵਿਹਾਰ ਦੇ ਨੇਮ ਲਗਭਗ ਇੱਕੋ ਜਿਹੇ ਹੁੰਦੇ ਹਨ। ਜਦੋਂ ਪ੍ਰੇਮੀ ਪ੍ਰੇਮਿਕਾ ਕੋਲ ਹੁੰਦਾ ਹੈ ਤਾਂ ਉਹ ਦੋਵੇਂ ਸਾਰੀ ਰਾਤ ਸੌਂਦੇ ਨਹੀਂ। ਜਦੋਂ ਉਹ ਦੂਰ ਹੁੰਦੇ ਹਨ ਤਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਸੋ ਇਸ ਵਰਤਾਰੇ ਦਾ ਨਿਚੋੜ ਇਹ ਹੈ ਕਿ ਪ੍ਰੇਮੀਆਂ ਨੇ ਤਾਂ ਜਾਗਣਾ ਹੀ ਹੁੰਦਾ ਹੈ। ਪ੍ਰੇਮੀ ਬਹੁਤ ਕੁਝ ਕਹਿਣਾ ਚਾਹੁੰਦਾ ਹੈ, ਪਰ ਪ੍ਰੇਮਿਕਾ ਦੀਆਂ ਅੱਖਾਂ ਗੱਲ ਹੀ ਨਹੀਂ ਕਰਨ ਦਿੰਦੀਆਂ। ਜਿਵੇਂ ਕਹਿ ਰਹੀਆਂ ਹੋਣ, ਗੱਲਾਂ ਹੀ ਕਰੀ ਜਾਵੇਂਗਾ। ਪ੍ਰੇਮਿਕਾ ਸਭ ਕੁਝ ਸਮਝਾਉਣ ਦੇ ਬਾਵਜੂਦ ਸਮਝਦੀ ਹੈ ਕਿ ਪ੍ਰੇਮੀ ਨੂੰ ਸਮਝ ਨਹੀਂ ਪਈ। ਪ੍ਰੇਮੀ ਕਹਿੰਦਾ ਹੈ, ਸਾਰੀ ਰਾਤ ਚੰਨ ਵੇਖਦੇ ਰਹੇ, ਸੋਚਿਆ ਤੁਸੀਂ ਸਾਹਮਣੇ ਹੀ ਹੋ। ਪ੍ਰੇਮਿਕਾ ਕਹਿੰਦੀ ਹੈ, ਤੁਸੀਂ ਸਾਹਮਣੇ ਹੋ, ਪਰ ਪਤਾ ਨਹੀਂ ਕਿਉਂ ਫਿਰ ਵੀ ਤੁਹਾਡੀ ਉਡੀਕ ਹੈ। ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੀ ਆਵਾਜ਼ ਅਤੇ ਇੱਕ ਦੂਜੇ ਦੀ ਗੂੰਜ ਹਨ। ਇਹ ਦੋਵੇਂ ਇੱਕ ਦੂਜੇ ਲਈ ਬੁਝਾਰਤ ਹਨ। ਇਸ ਬੁਝਾਰਤ ਨੂੰ ਬੁੱਝਣ ਦਾ ਯਤਨ ਹਰ ਕੋਈ ਕਰਦਾ ਹੈ, ਪਰ ਇੱਕ ਸਦੀਵੀ ਬੁਝਾਰਤ ਹੋਣ ਕਾਰਨ ਹਰ ਕੋਈ ਇਸ ਬੁਝਾਰਤ ਨੂੰ ਆਪਣੀ ਸਮਰੱਥਾ ਅਨੁਸਾਰ ਨਵੇਂ ਸਿਰਿਓਂ ਬੁੱਝਣ ਦਾ ਯਤਨ ਸਾਰਾ ਜੀਵਨ ਕਰਦਾ ਰਹਿੰਦਾ ਹੈ। ਇਸ ਬੁਝਾਰਤ ਕਾਰਨ ਹੀ ਜੀਵਨ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।